ਸੰਗਤ ਜੀ, ਅਸੀਂ ਜਿੰਨੇ ਵੀ ਬੈਠੇ ਹਾਂ, ਸੰਗਤ ਕਰ ਰਹੇ ਹਾਂ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਧੰਨ ਕਹਿਣ ਵਾਸਤੇ ਬੈਠੇ ਹਾਂ। ਧੰਨ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਜਿਸ ਤਰ੍ਹਾਂ ਤੁਸੀਂ ਗੁਰੂ ਸਾਹਿਬ ਦੇ ਇਤਿਹਾਸ ਦਾ ਆਨੰਦ ਮਾਣਦੇ ਹੋ, ਸਾਰੀ ਸ੍ਰਿਸ਼ਟੀ ਬਾਬੇ ਨਾਨਕ ਦੀ ਜੈ ਜੈਕਾਰ ਕਰਦੀ ਹੈ। ਸਭ ਗੁਰੂ ਸਾਹਿਬ ਨੂੰ ਧੰਨ ਕਹਿ ਰਹੇ ਨੇ। ਕਈ ਜਨਮ ਕੱਖਾਂ ਤੇ ਪਹਾੜਾਂ ਦੇ ਨੇ, ਇਹ ਵੀ ਜੂਨਾਂ ਨੇ। ਕਈ ਜਨਮ ਦਰਖਤਾਂ ਬੂਟੀਆਂ ਤੇ ਝਾੜੀਆਂ ਦੇ ਨੇ, ਇਹ ਵੀ ਇੱਕ ਜੂਨ ਹੈ। ਇਹ ਝਾੜੀਆਂ, ਇਹ ਦਰਖਤ, ਇਹ ਫਲ, ਇਹ ਸਾਰੇ ਬਾਬੇ ਨਾਨਕ ਨੂੰ ਧੰਨ ਕਹਿ ਰਹੇ ਨੇ। ਇਹ ਜਿਹੜੀਆਂ ਜੜ ਜੂਨਾਂ ਨੇ, ਇਹ ਵੀ ਬਾਬੇ ਨਾਨਕ ਜੀ ਨੂੰ ਧੰਨ ਧੰਨ ਕਹਿ ਰਹੀਆਂ ਨੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇੱਕ ਘਣੇ ਜੰਗਲ ਵਿੱਚ ਗਏ। ਉੱਥੇ ਇੱਕ ਪਿੱਪਲ ਦਾ ਪੁਰਾਣਾ ਦਰਖਤ ਸੀ। ਗੁਰੂ ਸਾਹਿਬ ਉਹਦੇ ਥੱਲੇ ਬਿਰਾਜਮਾਨ ਹੋ ਗਏ। ਉਹ ਕਈ ਦਿਨਾਂ ਦੇ ਥੱਕੇ ਹਾਰੇ ਸਨ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦਰਖਤ ਨਾਲ ਢੋ ਲਾ ਲਈ ਤੇ ਭਾਈ ਮਰਦਾਨਾ ਜੀ ਨੇ ਕੱਪੜਿਆਂ ਦੀ ਗੰਢ ਰੱਖੀ ਤੇ ਗੰਢ ਤੇ ਸਿਰ ਰੱਖ ਕੇ ਸੋ ਗਏ। ਰਾਤ ਲੰਘ ਗਈ, ਅੰਮ੍ਰਿਤ ਵੇਲਾ ਹੋ ਗਿਆ। ਭਾਈ ਮਰਦਾਨਾ ਜੀ ਦੀ ਅੱਖ ਖੁੱਲੀ। ਭਾਈ ਮਰਦਾਨਾ ਜੀ ਨੇ ਦੇਖਿਆ ਕਿ ਅੱਗ ਜਲ ਰਹੀ ਹੈ ਤੇ ਉਹਦਾ ਸੇਕ ਮਿਲ ਰਿਹਾ ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚੌਂਕੜਾ ਲਾ ਕੇ ਉੱਥੇ ਬੈਠੇ ਨੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇੱਕ ਰਾਹਗੀਰ ਆ ਰਿਹਾ ਸੀ, ਉਹਨੇ ਮੈਨੂੰ ਦੂਰੋਂ ਦੇਖਿਆ। ਉਹ ਮੇਰੇ ਕੋਲ ਆਇਆ। ਉਹ ਕਹਿਣ ਲੱਗਾ, ਕੋਈ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕਰਾਂ, ਕੀ ਤੁਹਾਨੂੰ ਭੁੱਖ ਲੱਗੀ ਹੈ? ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕੀਰਤਨ ਦੀ ਭੁੱਖ ਲੱਗੀ ਹੈ। ਇਹ ਮੇਰਾ ਭਰਾ ਸੁੱਤਾ ਪਿਆ ਹੈ, ਜਦੋਂ ਇਹ ਉੱਠੇਗਾ ਤਾਂ ਭਜਨ ਕਰਾਂਗੇ। ਉਹ ਲੱਕੜਾਂ ਦੀ ਪੰਡ ਲੈ ਕੇ ਜਾ ਰਿਹਾ ਸੀ। ਉਹਨੇ ਇੱਥੇ ਕੁਝ ਲੱਕੜਾਂ ਨੂੰ ਅੱਗ ਲਾ ਦਿੱਤੀ ਤੇ ਕਿਹਾ, ਬਾਬਾ ਜੀ ਸੇਕ ਲਓ। ਗੁਰੂ ਸਾਹਿਬ ਕਹਿਣ ਲੱਗੇ, ਮੈਂ ਉਹਨੂੰ ਪੁੱਛਿਆ ਸੀ ਉਹ ਕੀ ਕੰਮ ਕਰਦਾ ਹੈ? ਉਹ ਕਹਿਣ ਲੱਗਾ, ਮੇਰਾ ਇਹੀ ਕੰਮ ਹੈ, ਮੈਂ ਜੰਗਲ ਵਿੱਚੋਂ ਲੱਕੜਾਂ ਲੈ ਜਾਂਦਾ ਤੇ ਜਾ ਕੇ ਵੇਚ ਦਿੰਦਾ। ਉਹਨੇ ਇੱਥੇ ਸਾਰੀਆਂ ਲੱਕੜਾਂ ਜਲਾ ਦਿੱਤੀਆਂ। ਗੁਰੂ ਸਾਹਿਬ ਕਹਿਣ ਲੱਗੇ, ਤੂੰ ਸਾਰੀਆਂ ਲੱਕੜਾਂ ਜਲਾ ਦਿੱਤੀਆਂ? ਉਹ ਕਹਿਣ ਲੱਗਾ, ਅੱਜ ਮੇਰੇ ਘਰ ਅੱਜ ਵਾਸਤੇ ਭੋਜਨ ਹੈ। ਭਾਈ ਮਰਦਾਨਾ ਜੀ ਗੁਰੂ ਸਾਹਿਬ ਨੂੰ ਕਹਿਣ ਲੱਗੇ, ਗੁਰੂ ਸਾਹਿਬ, ਉਹ ਇੰਨਾ ਸਿਦਕ ਵਾਲਾ ਸੀ? ਇੱਥੇ ਤਾਂ ਜੇ ਮਹੀਨਿਆਂ ਦਾ ਵੀ ਪਿਆ ਹੋਏ ਤਾਂ ਵੀ ਚਿੰਤਾ ਲੱਗੀ ਰਹਿੰਦੀ ਹੈ। ਬੰਦਾ ਇਕੱਠਾ ਕਰਦਾ ਰਹਿੰਦਾ ਹੈ ਤੇ ਉਹਦੇ ਕੋਲ ਸਿਰਫ ਅੱਜ ਵਾਸਤੇ ਸੀ ਤੇ ਸਾਰਾ ਕੁਝ ਅੱਜ ਹੀ ਦੇ ਗਿਆ। ਗੁਰੂ ਸਾਹਿਬ, ਤੁਸੀਂ ਮੈਨੂੰ ਵੀ ਉਠਾ ਦਿੰਦੇ, ਮੈਂ ਵੀ ਉਹਨੂੰ ਦੇਖ ਲੈਂਦਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਗੁਰੂ ਸਾਹਿਬ, ਤੁਸੀਂ ਐਸੇ ਸਿਦਕ ਵਾਲੇ ਪੁਰਸ਼ ਦੀ ਝੋਲੀ ਜ਼ਰੂਰ ਭਰੀ ਹੋਣੀ ਹੈ। ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹਾਂ, ਉਹਦਾ ਸਿਮਰਨ ਚੱਲੇਗਾ। ਉਹ ਆਪ ਵੀ ਜਪੇਗਾ ਤੇ ਕਈਆਂ ਨੂੰ ਜਪਾਏਗਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਉੱਠ ਮਰਦਾਨਿਆਂ, ਕੀਰਤਨ ਕਰੀਏ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਕੀਰਤਨ ਹੋਇਆ। ਉਸ ਦਰਖਤ ਨੂੰ ਕਰੁੰਬਲਾਂ ਫੁੱਟਣ ਲੱਗ ਪਈਆਂ। ਜਿਉਂ-ਜਿਉਂ ਕੀਰਤਨ ਹੁੰਦਾ ਗਿਆ, ਉਹ ਸੁੱਕਾ ਦਰਖਤ ਹਰਾ ਹੁੰਦਾ ਗਿਆ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੋਲ ਇੰਨੀਆਂ ਬਖਸ਼ਿਸ਼ਾਂ ਨੇ ਕਿ ਉਹ ਜੰਗਲਾਂ ਦੇ ਜੰਗਲ ਹਰੇ ਕਰ ਸਕਦੇ ਨੇ। ਜਦੋਂ ਦਰਖਤ ਹਰਾ ਹੋ ਗਿਆ ਤਾਂ ਜੋਗੀਆਂ ਨੂੰ ਪਤਾ ਲੱਗਿਆ। ਇੱਥੇ ਜੋਗੀ ਰਹਿੰਦੇ ਸਨ। ਉੱਥੇ ਸਿੱਧ ਇਕੱਠੇ ਹੋ ਗਏ ਤੇ ਉੱਥੋਂ ਦੇ ਲੋਕ ਵੀ ਉੱਥੇ ਇਕੱਠੇ ਹੋ ਗਏ। ਜੋਗੀਆਂ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਚਰਚਾ ਕੀਤੀ ਤੇ ਚਰਚਾ ਵਿੱਚ ਉਹ ਹਾਰ ਗਏ। ਜੋਗੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਇਹ ਧਰਤੀ ਸਾਡੀ ਹੈ, ਤੂੰ ਇੱਥੋਂ ਚਲੇ ਜਾ। ਤਾਂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਹ ਸਾਰੀ ਧਰਤੀ ਤਾਂ ਰੱਬ ਦੀ ਹੈ ਤੇ ਮੈਂ ਇੱਥੇ ਰਹਿਣ ਵਾਸਤੇ ਆਇਆ। ਤਾਂ ਜੋਗੀ ਗੁਰੂ ਸਾਹਿਬ ਨੂੰ ਕਹਿਣ ਲੱਗੇ, ਜੇ ਤੁਹਾਨੂੰ ਧਰਤੀ ਕਹੇ ਕਿ ਤੁਸੀਂ ਇੱਥੇ ਚਲੇ ਜਾਓ ਤਾਂ ਤੁਸੀਂ ਚਲੇ ਜਾਓਗੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜੇ ਮੈਨੂੰ ਧਰਤੀ ਕਹੇ ਤਾਂ ਮੈਂ ਚਲੇ ਜਾਵਾਂਗਾ। ਤਾਂ ਜੋਗੀਆਂ ਨੇ ਆਵਾਜ਼ ਦਿੱਤੀ, ਇਹ ਧਰਤੀ ਤੂੰ ਕਿਹਦੀ ਹੈ? ਤਾਂ ਧਰਤੀ ਨੇ ਕਿਹਾ, ਮੈਂ ਸਿੱਧਾਂ ਦੀ ਹਾਂ। ਜੋਗੀਆਂ ਨੇ ਫੇਰ ਆਵਾਜ਼ ਮਾਰੀ, ਇਹ ਧਰਤੀ ਤੂੰ ਕਿਹਦੀ ਹੈ? ਤਾਂ ਧਰਤੀ ਕਹਿਣ ਲੱਗੀ, ਮੈਂ ਸਿੱਧਾਂ ਦੀ ਹਾਂ। ਤਾਂ ਜੋਗੀ ਕਹਿਣ ਲੱਗੇ, ਚਲੋ ਇੱਕ ਵਾਰੀ ਫੇਰ ਪੁੱਛ ਲੈਂਦੇ ਹਾਂ, ਜੇ ਧਰਤੀ ਨੇ ਕਹਿਤਾ ਤਾਂ ਤੁਸੀਂ ਇੱਥੋਂ ਚਲੇ ਜਾਣਾ। ਜਦੋਂ ਉਹ ਤੀਜੀ ਵਾਰੀ ਬੋਲਣ ਲੱਗਾ ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ, ਤੂੰ ਬੋਲਣ ਜੋਗਾ ਹੈ? ਤਾਂ ਫੇਰ ਧਰਤੀ ਵਿੱਚੋਂ ਕੋਈ ਆਵਾਜ਼ ਨਾ ਆਈ। ਸਾਰੇ ਲੋਕੀ ਉੱਥੇ ਖੜੇ ਸਨ। ਉਹ ਸਾਰੇ ਹੈਰਾਨ ਰਹਿ ਗਏ ਕਿ ਹੁਣ ਆਵਾਜ਼ ਕਿਉਂ ਨਹੀਂ ਆਈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉੱਠੇ। ਧਰਤੀ ਤੋਂ ਉਹਨਾਂ ਨੇ ਕੰਨ ਕੱਖ ਚੁੱਕੇ ਤਾਂ ਉੱਥੇ ਦੇਖਿਆ, ਸਿੱਧਾਂ ਨੇ ਇੱਕ ਟੋਇਆ ਪੁੱਟਿਆ ਹੋਇਆ ਸੀ। ਉਸ ਟੋਏ ਦੇ ਵਿੱਚ ਇੱਕ ਬਾਲਕ ਬੈਠਾ ਹੋਇਆ ਸੀ ਤੇ ਉਹ ਬੋਲ ਰਿਹਾ ਸੀ। ਜਦੋਂ ਸੱਚੇ ਪਾਤਸ਼ਾਹ ਨੇ ਬਚਨ ਕੀਤੇ
ਤਾਂ ਉਹਦੀ ਜ਼ੁਬਾਨ ਬੰਦ ਹੋ ਗਈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹਦੀ ਜ਼ੁਬਾਨ ਉਹਨੂੰ ਦੇ ਦਿੱਤੀ। ਪਰ ਸਿੱਧ ਬੜੇ ਸ਼ਰਮਿੰਦਾ ਹੋ ਗਏ ਤੇ ਸਿੱਧ ਉੱਥੋਂ ਦੀ ਚਲੇ ਗਏ। ਸਿੱਧ ਸੋਚਣ ਲੱਗੇ, ਇਹ ਦਰਖਤ ਹਰਿਆ ਭਰਿਆ ਹੋ ਗਿਆ, ਸਾਰੇ ਲੋਕ ਇਹਨੂੰ ਦੇਖਦੇ ਨੇ। ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਇਸ ਦਰਖਤ ਨੂੰ ਖਤਮ ਕਰ ਦਈਏ। ਇੱਕ ਗੁਰੂ ਦਾ ਪਿਆਰਾ ਇਸ ਦੀ ਰਾਖੀ ਕਰਦਾ ਸੀ, ਉਹਦਾ ਨਾਮ ਸੀ ਅਲਮਸਤ। ਇੱਕ ਦਿਨ ਇਹਨਾਂ ਸਿੱਧਾਂ ਨੇ ਉਸ ਦਰਖਤ ਨੂੰ ਅੱਗ ਲਾ ਦਿੱਤੀ, ਕਿਉਂਕਿ ਸਿੱਧ ਚਾਹੁੰਦੇ ਸਨ ਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਨਿਸ਼ਾਨੀ ਖਤਮ ਕਰ ਦਈਏ। ਤਾਂ ਅਲਮਸਤ ਨੇ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਕਿ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ, ਮੈਂ ਇਹਨਾਂ ਸਿੱਧਾਂ ਦਾ ਮੁਕਾਬਲਾ ਕਰਾਂ। ਇਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਨਿਸ਼ਾਨੀ ਨੂੰ ਸਾਂਭ ਲਓ। ਉੱਥੇ ਅੱਗ ਲੱਗੀ ਹੋਈ ਸੀ ਤੇ ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਉੱਥੇ ਆਏ ਤੇ ਪਾਣੀ ਵਿੱਚ ਚੰਦਨ ਮਿਲਾ ਕੇ ਉਹਨਾਂ ਨੇ ਛਿੱਟੇ ਮਾਰੇ। ਉਹ ਆਵਾਜ਼ ਦੇ ਰਹੇ ਸਨ, ਇਹ ਗੁਰੂ ਨਾਨਕ ਦੀ ਨਿਸ਼ਾਨੀ ਤੂੰ ਮਿਟਣਾ ਨਹੀਂ। ਇਸ ਤਰ੍ਹਾਂ ਉਹ ਆਵਾਜ਼ਾਂ ਮਾਰੇ ਸਨ। ਅੱਜ ਤੱਕ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਉਹ ਨਿਸ਼ਾਨੀ ਉੱਥੇ ਹੀ ਹੈ, ਜਿਸ ਨੂੰ ਤੁਸੀਂ ਨਾਨਕ ਮਤਾ ਕਹਿੰਦੇ ਹੋ। ਤੁਸੀਂ ਦਰਸ਼ਨ ਕਰਨ ਜਾਂਦੇ ਹੋ, ਲੋਕ ਉਸ ਪਿੱਪਲ ਸਾਹਿਬ ਦੇ ਦਰਸ਼ਨ ਕਰਦੇ ਨੇ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਨੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁੱਕੇ ਪਿੱਪਲ ਦੇ ਦਰਖਤ ਨੂੰ ਹਰਿਆ ਭਰਿਆ ਕਰ ਦਿੱਤਾ ਤੇ ਹੁਣ ਉਹ ਪਿੱਪਲ ਤੋਂ ਪਿੱਪਲ ਸਾਹਿਬ ਬਣ ਗਿਆ। ਲੋਕ ਉਸ ਨੂੰ ਹੱਥ ਲਾ ਕੇ ਆਪਣੇ ਮੱਥੇ ਤੇ ਲਾਉਂਦੇ ਨੇ ਤੇ ਕਿੰਨਾ ਚਿਰ ਉਸ ਪਿੱਪਲ ਦੇ ਦਰਖਤ ਕੋਲ ਆ ਕੇ ਖੜੇ ਰਹਿੰਦੇ ਨੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਿੱਪਲ ਦੇ ਦਰਖਤ ਨੂੰ ਵੀ ਧੰਨ ਕਰ ਦਿੱਤਾ। ਜੜ ਜੂਣ ਵੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਧੰਨ ਕਹਿੰਦੀ ਹੈ। ਸੰਗਤ ਜੀ, ਇੱਕ ਕਥਾ ਹੋਰ, ਇੱਕ ਹੋਰ ਜੜ ਜੂਣ, ਉਹ ਵੀ ਗੁਰੂ ਸਾਹਿਬ ਨੂੰ ਧੰਨ ਕਹੀ ਜਾਂਦੀ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇੱਕ ਰੀਠੇ ਦੇ ਦਰਖਤ ਥੱਲੇ ਬੈਠੇ। ਜਦੋਂ ਸਿੱਧਾਂ ਨੂੰ ਪਤਾ ਚੱਲਿਆ ਗੁਰੂ ਨਾਨਕ ਆ ਗਏ ਤਾਂ ਸਿੱਧਾਂ ਕੋਲ ਸਹਾਰਿਆ ਨਹੀਂ ਗਿਆ। ਉਹਨਾਂ ਨੇ ਲੋਕੀ ਆਪਣੇ ਵੱਲ ਲਾਏ ਹੋਏ ਸਨ। ਉਹ ਨਹੀਂ ਸਨ ਚਾਹੁੰਦੇ ਕਿ ਜਿਹੜੇ ਉਹਨਾਂ ਦੇ ਕੋਲ ਆਉਂਦੇ ਨੇ ਉਹ ਕਿਸੇ ਹੋਰ ਦੇ ਕੋਲ ਜਾਣ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਸੰਗਤਾਂ ਇਕੱਠੀਆਂ ਹੋਣ ਲੱਗੀਆਂ। ਜੋਗੀਆਂ ਦੇ ਮੁਖੀ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਚਰਚਾ ਕੀਤੀ। ਉਹ ਕਹਿਣ ਲੱਗੇ, ਇਹਨਾਂ ਨੂੰ ਚਰਚਾ ਵਿੱਚ ਹਰਾਓ। ਉਹ ਗੁਰੂ ਸਾਹਿਬ ਨੂੰ ਕਹਿਣ ਲੱਗਾ, ਤੁਸੀਂ ਗ੍ਰਸਤੀ ਹੋ। ਗੁਰੂ ਸਾਹਿਬ ਨੇ ਉਹਨੂੰ ਸਮਝ ਦਿੱਤੀ ਕਿ ਗ੍ਰਸਤ ਵਿੱਚ ਰਹਿ ਕੇ ਜਿਹੜਾ ਨਾਮ ਜਪਦਾ ਹੈ ਉਹਨਾਂ ਨੂੰ ਜ਼ਿਆਦਾ ਬਖਸ਼ਿਸ਼ਾਂ ਮਿਲਦੀਆਂ ਨੇ। ਉਹ ਕਹਿਣ ਲੱਗਾ, ਤੁਸੀਂ ਗ੍ਰਸਤੀ ਹੋ, ਲੋਕਾਂ ਨੂੰ ਮਿਲਦੇ ਜੁਲਦੇ ਹੋ। ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜੇ ਉਹ ਇੰਨੇ ਮਾੜੇ ਨੇ ਤਾਂ ਤੁਸੀਂ ਉਹਨਾਂ ਕੋਲੋਂ ਮੰਗ ਕੇ ਕਿਉਂ ਖਾਂਦੇ ਹੋ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਚਰਚਾ ਵਿੱਚ ਜੋਗੀ ਹਾਰ ਗਏ। ਜੋਗੀਆਂ ਨੇ ਉੱਥੇ ਇੱਕ ਸੱਪ ਛੱਡ ਦਿੱਤਾ ਕਿ ਬਾਬਾ ਜੀ ਨੂੰ ਸੱਪ ਲੜਾ ਕੇ ਮਾਰ ਦਿਆਂਗੇ। ਪਰ ਜਦੋਂ ਉਹ ਸੱਪ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਵੱਲ ਗਿਆ, ਗੁਰੂ ਸਾਹਿਬ ਨੇ ਉਹਦੇ ਵੱਲ ਦੇਖਿਆ ਤਾਂ ਉਹ ਪੱਥਰ ਵਾਂਗੂ ਖਲੋ ਗਿਆ। ਜਦੋਂ ਜੋਗੀ ਕੁਝ ਨਾ ਕਰ ਸਕੇ ਤਾਂ ਉਹ ਕਹਿਣ ਲੱਗੇ, ਸਾਨੂੰ ਕੁਝ ਛਕਾ ਦਿਓ। ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ, ਜੰਗਲ ਵਿੱਚ ਕੀ ਖਾਣ ਨੂੰ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਭੁੱਖ ਤਾਂ ਮੈਨੂੰ ਵੀ ਲੱਗੀ ਹੈ। ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉੱਤੇ ਦੇਖਿਆ, ਉੱਤੇ ਰੀਠਿਆਂ ਦੇ ਗੁੱਛੇ ਲਟਕ ਰਹੇ ਸਨ। ਤਾਂ ਗੁਰੂ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਭਾਈ ਮਰਦਾਨਿਆ, ਦਰਖਤ ਤੇ ਚੜ੍ਹ ਕੇ ਰੀਠੇ ਤੋੜ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ, ਰੀਠੇ ਤਾਂ ਕੋੜੇ ਹੈ। ਗੁਰੂ ਸਾਹਿਬ ਨੇ ਕਿਹਾ, ਮੇਰੀ ਗੱਲ ਮੰਨ। ਗੁਰੂ ਸਾਹਿਬ ਦੀ ਆਗਿਆ ਲੈ ਕੇ ਉਹ ਪੇੜ ਤੇ ਚੜ੍ਹ ਗਿਆ। ਉਹਨੇ ਰੀਠੇ ਨੂੰ ਤੋੜ ਕੇ ਮੂੰਹ 'ਚ ਪਾਇਆ ਤਾਂ ਉਹ ਰੀਠੇ ਬਹੁਤ ਮਿੱਠੇ ਸਨ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਮਿੱਠੇ ਰੀਠੇ ਖਵਾਏ। ਸਾਰੇ ਜੋਗੀ ਇਹ ਦੇਖ ਕੇ ਹੈਰਾਨ ਰਹਿ ਗਏ। ਜੇ ਗੁਰੂ ਸਾਹਿਬ ਨਜ਼ਰ ਕਰ ਦੇਣ ਤਾਂ ਜ਼ਹਿਰ ਵੀ ਮੇਵਾ ਬਣ ਜਾਂਦੀ ਹੈ। ਉਹ ਜਿਹੜਾ ਜੋਗੀ ਸੀ, ਉਹਨੂੰ ਮਹਿਸੂਸ ਹੋਇਆ ਕਿ ਮੈਂ ਗੁਰੂ ਸਾਹਿਬ ਦੀ ਨਿਰਾਦਰੀ ਕੀਤੀ ਹੈ। ਉਹਨੇ ਉੱਥੇ ਟੋਆ ਪੁੱਟਿਆ, ਆਪਣੀ ਜਾਨ ਉੱਥੇ ਖਤਮ ਕਰ ਲਈ। ਉਹ ਸਥਾਨ ਵੀ ਉੱਥੇ ਬਣਿਆ ਹੋਇਆ ਹੈ। ਉਹ ਰੀਠਿਆਂ ਦਾ ਦਰਖਤ ਅੱਜ ਤੱਕ ਵੀ ਖਲੋਤਾ ਹੈ ਤੇ ਸਾਰੇ ਲੋਕ ਉਹਨੂੰ ਰੀਠਾ ਸਾਹਿਬ ਕਹਿੰਦੇ ਨੇ, ਕਿਉਂਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਰੀਠੇ ਦੇ ਦਰਖਤ ਕੋਲ ਆ ਕੇ ਬੈਠੇ ਸਨ। ਗੁਰੂ ਸਾਹਿਬ ਦੀ ਸੰਗਤ ਕਰਕੇ ਪੇੜ ਦੇ ਰੀਠੇ ਮਿੱਠੇ ਹੋ ਗਏ। ਇਹ ਲੋਕ ਉਸ ਨੂੰ ਰੀਠਾ ਸਾਹਿਬ ਕਹਿਣ ਲੱਗੇ। ਸੰਗਤ ਜੀ, ਜੇ ਨਨਕਾਣਾ ਸਾਹਿਬ ਜਾਈਏ ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜਨਮ ਸਥਾਨ ਤੋਂ 1 ਕਿਲੋਮੀਟਰ ਦੂਰ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਨੇ। ਉਹਨੂੰ ਕਹਿੰਦੇ ਨੇ ਗੁਰਦੁਆਰਾ ਤੰਬੂ ਸਾਹਿਬ। ਉੱਥੇ ਇੱਕ ਝਾੜੀਆਂ ਦਾ ਝੁੰਡ ਹੈ, ਉਹ ਵੀ ਗੁਰੂ ਸਾਹਿਬ ਨੂੰ ਧੰਨ ਕਹਿ ਰਿਹਾ। ਇਹ ਸਾਰੀਆਂ ਝਾੜੀਆਂ, ਦਰਖਤ, ਇਹ 84 ਲੱਖ ਜੂਨਾਂ ਦਾ ਇੱਕ ਹਿੱਸਾ ਹੈ। ਉੱਥੇ ਇੱਕ ਝਾੜੀਆਂ ਦਾ ਝੁੰਡ ਹੈ, ਉਹ ਇਸ ਤਰ੍ਹਾਂ ਬਣਿਆ ਹੋਇਆ ਜਿਵੇਂ ਤੰਬੂ ਬਣਿਆ ਹੁੰਦਾ ਹੈ। ਜਦੋਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ 20 ਰੁਪਏ ਦਾ ਸੱਚਾ ਸੌਦਾ ਕੀਤਾ ਤਾਂ ਉਹ ਭਾਈ ਵਾਲਾ ਜੀ ਨੂੰ ਕਹਿਣ ਲੱਗੇ,
ਜੋ ਅਸੀਂ ਸੱਚਾ ਸੌਦਾ ਕੀਤਾ ਹੈ ਉਹ ਸਾਡੇ ਬਾਪੂ ਜੀ ਨੂੰ ਚੰਗਾ ਨਹੀਂ ਲੱਗਣਾ। ਭਾਈ ਬਾਲਿਆ, ਤੂੰ ਘਰ ਚਲਾ ਜਾ ਤੇ ਮੈਂ ਝਾੜੀਆਂ ਦੇ ਝੁੰਡ ਵਿੱਚ ਆਰਾਮ ਕਰ ਲੈਣਾ। ਭਾਈ ਬਾਲਾ ਜੀ ਘਰ ਚਲੇ ਗਏ। ਗੁਰੂ ਸਾਹਿਬ ਦੇ ਪਿਤਾ ਮਾਤਾ ਜੀ ਨੂੰ ਪੁੱਛਦੇ, ਕਿਉਂ ਬਈ ਨਾਨਕ ਘਰ ਨਹੀਂ ਆਇਆ? ਉਹ ਕਹਿਣ ਲੱਗੇ, ਤੁਸੀਂ ਸੌਦਾ ਕਰਨ ਵਾਸਤੇ ਆਪ ਹੀ ਤਾਂ ਭੇਜਿਆ। ਤਾਂ ਉਹ ਕਹਿਣ ਲੱਗੇ, ਨਾਲ ਕੌਣ ਗਿਆ ਸੀ? ਤਾਂ ਉਹ ਕਹਿਣ ਲੱਗੇ, ਨਾਲ ਬਾਲਾ ਗਿਆ ਸੀ। ਪਿਤਾ ਮਹਿਤਾ ਕਾਲੂ ਜੀ ਨੇ ਨੌਕਰ ਨੂੰ ਭਾਈ ਬਾਲਾ ਜੀ ਕੋਲ ਭੇਜਿਆ ਤੇ ਭਾਈ ਬਾਲਾ ਜੀ ਨੂੰ ਆਪਣੇ ਕੋਲ ਬੁਲਾ ਲਿਆ ਤੇ ਉਹਨਾਂ ਨੂੰ ਪੁੱਛਣ ਲੱਗੇ, ਕਿਉਂ ਬਈ ਨਾਨਕ ਨਹੀਂ ਆਇਆ? ਭਾਈ ਬਾਲਾ ਜੀ ਨੇ ਗੁਰੂ ਸਾਹਿਬ ਜੀ ਦੇ ਪਿਤਾ ਨੂੰ ਸਾਰੀ ਗੱਲ ਦੱਸੀ। ਉਹਨਾਂ ਨੇ ਭਾਈ ਬਾਲਾ ਜੀ ਨੂੰ ਗੁੱਸੇ ਨਾਲ ਪਕੜਿਆ ਤੇ ਖਿੱਚ ਕੇ ਤੁਰ ਪਏ। ਉਹ ਝਾੜੀਆਂ ਦੇ ਤੰਬੂ ਕੋਲ ਜਾ ਕੇ ਖਲੋ ਗਏ। ਉਹਨਾਂ ਨੇ ਗੁੱਸੇ ਵਿੱਚ ਆਵਾਜ਼ ਦਿੱਤੀ, ਨਾਨਕ ਕਿੱਥੇ ਹੈ? ਜਦੋਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਝਾੜੀਆਂ ਵਿੱਚੋਂ ਬਾਹਰ ਆਏ ਤਾਂ ਉਹਨਾਂ ਨੂੰ ਇੰਨੇ ਜ਼ੋਰ ਨਾਲ ਚੰਡਾ ਮਾਰੀਆਂ ਜਿੰਨਾ ਉਹਨਾਂ 'ਚ ਜ਼ੋਰ ਸੀ। ਉਹਨਾਂ ਦੀ ਭੈਣ ਵੀ ਉੱਥੇ ਪਹੁੰਚ ਗਈ ਸੀ। ਉਹਨਾਂ ਨੇ ਗੁਰੂ ਸਾਹਿਬ ਦੀ ਬਾਂਹ ਫੜ ਲਈ ਤੇ ਕਿਹਾ, ਬਾਪੂ ਇਹਨਾਂ ਨੂੰ ਨਾ ਮਾਰ। ਰਾਏ ਬੁਲਾਰ ਨੇ ਵੀ ਮਹਿਤਾ ਕਾਲੂ ਜੀ ਨੂੰ ਕਿਹਾ ਸੀ ਕਿ ਮੇਰੀ ਨਗਰੀ ਇਹਨਾਂ ਕਰਕੇ ਵਸਦੀ ਹੈ, ਇਹਨਾਂ ਨੂੰ ਨਾ ਮਾਰਿਆ ਕਰ। ਉਹ ਗੁਰੂ ਸਾਹਿਬ ਨਾਲ ਬੜਾ ਪਿਆਰ ਕਰਦੇ ਸਨ। ਉਸ ਝਾੜੀਆਂ ਦੇ ਝੁੰਡ ਨੂੰ ਅੱਜ ਤੰਬੂ ਸਾਹਿਬ ਕਹਿੰਦੇ ਨੇ। ਗੁਰੂ ਸਾਹਿਬ ਨੇ ਉਹ ਝਾੜੀਆਂ ਥੱਲੇ ਆਰਾਮ ਕੀਤਾ ਸੀ ਤੇ ਗੁਰੂ ਸਾਹਿਬ ਨੇ ਉਹ ਝਾੜੀਆਂ ਨੂੰ ਧੰਨ ਕਰ ਦਿੱਤਾ। ਸੰਗਤ ਉਹਨਾਂ ਝਾੜੀਆਂ ਕੋਲ ਕਿੰਨੀ ਦੇਰ ਖੜੀ ਰਹਿੰਦੀ ਹੈ ਤੇ ਸਾਰੇ ਉਹਨਾਂ ਨੂੰ ਬੜੇ ਪਿਆਰ ਨਾਲ ਦੇਖਦੇ ਨੇ। ਲੋਕ ਉਹਨਾਂ ਝਾੜੀਆਂ ਨੂੰ ਤੰਬੂ ਸਾਹਿਬ ਕਹਿੰਦੇ ਨੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਧੰਨ ਕਰਤਾ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ।